इरादा भी उम्मीद भी सुपना विदेश ਜਾਂ ਆਪਣੇ ਭਵਿੱਖ ਨੂੰ ਹੋਰ ਸੁਨਹਿਰਾ ਕਰਨ ਦਾ ਪਰ ਉਸ ਲਈ ਲੋੜ ਹੁੰਦੀ ਹੈ ਸਹੀ ਗਾਈਡੈਂਸ ਦੀ ਤੇ ਗਾਈਡੈਂਸ ਲਈ ਵਨ ਸਟਾਪ ਡੈਸਟੀਨੇਸ਼ਨ ਹੈ ਤੁਹਾਡੇ ਲਈ ਪੀਟੀਸੀ ਨਿਊਜ਼ ਦਾ ਇਹ ਖਾਸ ਉਪਰਾਲਾ ਰੈਫਲਸ ਐਡੂਸਿਟੀ ਪ੍ਰੈਜ਼ੈਂਟਸ ਇਮੀਗ੍ਰੇਸ਼ਨ ਹੈਲਪਲਾਈਨ ਤੇ ਇਮੀਗ੍ਰੇਸ਼ਨ ਮੁਤਲਕ ਬਹੁਤ ਸਾਰੇ ਸਵਾਲ ਤੁਹਾਡੇ ਮਨ ਵਿੱਚ ਹੋਣਗੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਜੋ ਕਿ ਹੈ 8604710471 ਇਸ ਉੱਤੇ ਤੁਸੀਂ ਮਿਸਡ ਕਾਲ ਕਰ ਦਿਓ ਜਾਂ WhatsApp ਕਰ ਦਿਓ ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਅਤੇ ਇਮੀਗ੍ਰੇਸ਼ਨ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ ਤੇ ਅੱਜ ਦਾ ਜਿਹੜਾ ਵਿਸ਼ਾ ਮੌਜੂਦਾ ਕੋਰੋਨਾ ਕਾਲ ਦੌਰਾਨ ਵੱਖ-ਵੱਖ ਕੰਟਰੀਜ਼ ਦੀ ਪ੍ਰੈਜ਼ੈਂਟ ਸਿਚੁਏਸ਼ਨ ਕੀ ਹੈ ਸਟੂਡੈਂਟ ਵੀਜ਼ਾ ਨੂੰ ਲੈ ਕੇ ਵਿਜ਼ਿਟਰ ਵੀਜ਼ਾ ਨੂੰ ਲੈ ਕੇ ਇਸ ਮੁਤਲਕ ਅੱਜ ਅਸੀਂ ਚਰਚਾ ਕਰਨੀ ਹੈ ਤੇ ਸਾਡੇ ਨਾਲ ਨੇ ਰੈਫਲਸ ਐਡੂਸਿਟੀ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਸਵਰਨ ਸਿੰਘ ਸੰਧੂ ਸਾਹਿਬ ਜੀ ਆਇਆਂ ਨੂੰ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਸਾਹਿਬ ਪਹਿਲੇ ਐਪੀਸੋਡ ਨੂੰ ਤਾਂ ਬਹੁਤ ਪਰਵਾਹ ਹੁੰਗਾਰਾ ਮਿਲਿਆ ਤੁਸੀਂ ਬੜੇ ਜ਼ਬਰਦਸਤ ਖੁਲਾਸੇ ਉਸ ਦੇ ਵਿੱਚ ਕੀਤੇ ਨੇ ਤੇ ਅੱਜ ਵੀ ਮੈਨੂੰ ਲੱਗਦਾ ਸਹੀ ਗਾਈਡੈਂਸ ਵੀ ਹੋਏਗੀ ਤੇ ਖੁਲਾਸੇ ਵੀ ਹੋਣਗੇ ਤੇ ਖਾਸ ਤੌਰ ਤੇ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੁੰਦਾ ਹਾਂ ਕਿ ਕੈਨੇਡਾ ਜੋ ਹੈ ਉਹ ਪੰਜਾਬੀਆਂ ਦੀ ਹਰਮਨ ਪਿਆਰੀ ਡੈਸਟੀਨੇਸ਼ਨ ਹੈ ਤੇ ਕੈਨੇਡਾ ਦੀ ਹੁਣ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਹੈ ਇਸ ਕੋਰੋਨਾ ਕਾਲ ਦੇ ਵਿੱਚ ਉਹ ਕੀ ਹੈ ਬਹੁਤ ਸਾਰੇ ਲੋਕ ਆਪੋ ਆਪਣੇ ਤਰੀਕੇ ਨਾਲ ਅੱਜ ਦੀ ਕਰੰਟ ਸਿਚੁਏਸ਼ਨ ਨੂੰ ਦੱਸਦੇ ਆ ਜਿਵੇਂ ਉਹਨਾਂ ਨੂੰ ਸੂਟ ਕਰਦੀ ਆ ਜਿੱਦਾਂ ਇਹ ਸੂਟ ਕਰਦੀ ਆ ਦਾ ਮਤਲਬ ਕਿ ਮੈਕਸਿਮਮ ਨੇ ਜਿਹੜੇ ਵਿੱਚ ਉਹ ਕੁਝ ਜਿਹੜੇ ਪ੍ਰਾਈਵੇਟ ਕਾਲਜਸ ਦੇ ਨਾਲ ਡੀਲ ਕਰਦੇ ਨੇ ਅੱਜ ਦੇ ਟਾਈਮ ਦੇ ਵਿੱਚ ਸੋ ਕਰੰਟ ਸਿਚੁਏਸ਼ਨ ਐਗਜ਼ੈਕਟਲੀ ਤਾਂ ਦੱਸਣਾ ਮੁਸ਼ਕਿਲ ਹੈ ਬਿਕੋਜ਼ ਆ ਕੋਈ ਸਾਡੇ ਹੱਥ ਦੇ ਵਿੱਚ ਨਹੀਂ ਆ ਕੈਨੇਡਾ ਹਾਈ ਕਮਿਸ਼ਨ ਇਹਨੂੰ ਜਿੱਦਾਂ ਡੀਲ ਕਰਦਾ ਆ ਕਿਸ ਤਰੀਕੇ ਨਾਲ ਕਿਵੇਂ ਪ੍ਰੋਸੈਸ ਕਰਦੇ ਆ ਉਹਨਾਂ ਦਾ ਕੀ ਟਾਈਮ ਪੀਰੀਅਡ ਆ ਉਹ ਨਹੀਂ ਆਪਾਂ ਨੂੰ ਪਤਾ ਟੈਂਟੇਵਲੀ ਜੋ ਕਿ ਨੋਰਮਲ ਚੱਲਦਾ ਆ ਜਦੋਂ ਅਸੀਂ ਸਭ ਤੋਂ ਪਹਿਲਾਂ ਆਫਰ ਲੈਟਰ ਮੰਗਵਾ ਕੇ ਜਦੋਂ ਸਟੂਡੈਂਟਸ ਦੀ ਨਿਖਿਲ ਜੀ ਫਾਈਲ ਸਬਮਿਟ ਕਰਦੇ ਆ ਸੋ ਫਾਈਲ ਸਬਮਿਸ਼ਨ ਦੇ 2 ਜਾਂ 3 ਦਿਨਾਂ ਦੇ ਵਿੱਚ ਮੈਕਸਿਮਮ 1 ਵੀਕ ਦੇ ਵਿੱਚ ਇੱਕ ਬਾਇਓਮੈਟ੍ਰਿਕ ਇਨਸਟਰਕਸ਼ਨਸ ਲੈਟਰ ਆ ਜਾਂਦੀ ਆ ਜਿਹਦੇ ਵਿੱਚ ਪੂਰੀਆਂ ਇਨਸਟਰਕਸ਼ਨਸ ਲਿਖੀਆਂ ਹੁੰਦੀਆਂ ਕਿ ਬਾਇਓਮੈਟ੍ਰਿਕ ਕਦੋਂ ਹੋਊਗੀ ਉਹਦੇ ਉੱਪਰ ਕਦੇ ਤਾਂ ਬਾਇਓਮੈਟ੍ਰਿਕ ਦੀ ਡੇਟ ਜਿਹੜੀ ਹੈਗੀ ਆ ਉਹ ਸੈਕੰਡ ਡੇ ਹੀ ਆ ਜਾਂਦੀ ਆ ਕਦੇ ਉਹ 5 ਡੇ 10 ਡੇਜ਼ 15 ਡੇਜ਼ ਇਟ ਡਿਪੈਂਡਸ ਕਿ ਉਹ ਕਦੋਂ ਉਹਨੂੰ ਟਾਈਮ ਦਿੰਦੇ ਆ ਫਿਰ ਬਾਇਓਮੈਟ੍ਰਿਕ ਲਈ ਸਟੂਡੈਂਟ ਜਾਂਦਾ ਉੱਥੇ ਜਾਣ ਤੋਂ ਬਾਅਦ ਜਦੋਂ ਬਾਇਓਮੈਟ੍ਰਿਕ ਹੋ ਜਾਂਦਾ ਅਗੇਨ ਫਿਰ ਡਿਪੈਂਡ ਕਰਦਾ ਇਹਦਾ ਵੀ ਕੋਈ ਟਾਈਮ ਪੀਰੀਅਡ ਟਾਈਮ ਫਰੇਮ ਨਹੀਂ ਆ 10 ਦਿਨ 15 ਦਿਨ 1 ਮਹੀਨਾ ਉਸ ਤੋਂ ਬਾਅਦ ਫਿਰ AIP ਆਉਂਦੀ ਆ ਅਪਰੂਵਲ ਇਨ ਪ੍ਰਿੰਸੀਪਲ ਆ ਜਾਂਦੀ ਆ ਜਾਂ ਕਈ ਵਾਰ ਅੱਜ ਕੱਲ੍ਹ ਕੀ ਹੋ ਰਿਹਾ AIP ਨਹੀਂ ਆਉਂਦੀ ਉਹ ਸਿੱਧਾ ਡਾਇਰੈਕਟ ਪਾਸਪੋਰਟ ਦੀ ਰਿਕੁਐਸਟ ਆ ਜਾਂਦੀ ਹੈ ਕਿ ਪਾਸਪੋਰਟ ਸਬਮਿਟ ਕਰਵਾ ਦਿਓ ਜਿਵੇਂ ਹੁਣ ਬਹੁਤ ਕੇਸਿਸ ਦੇ ਵਿੱਚ AIP ਆਉਣੀ ਬੰਦ ਹੋ ਗਈ ਹੈ ਸੋ ਹੁਣ ਆ ਬੱਚਿਆਂ ਨੂੰ ਇਹ ਵੀ ਡਰ ਖਤਮ ਹੋ ਜਾਏਗਾ ਆਉਣ ਵਾਲੇ ਟਾਈਮ ਦੇ ਵਿੱਚ ਕਿ AIP ਤੋਂ ਬਾਅਦ ਜਿਹੜਾ ਵੀਜ਼ਾ ਰਿਜੈਕਸ਼ਨ ਆਉਣ ਲੱਗ ਗਈਆਂ ਸੀਗੀਆਂ ਉਹਦਾ ਵੀ ਇੱਕ ਡਰ ਖਤਮ ਹੋ ਜਾਏਗਾ ਕਿਉਂਕਿ ਹੌਲੀ ਹੁਣ ਹਾਈ ਕਮਿਸ਼ਨ ਨੇ AIP ਜਿਹੜੀ ਦੇਣੀ ਬੰਦ ਕਰਕੇ ਡਾਇਰੈਕਟਲੀ ਵੀਜ਼ਾ ਤੇ ਡਿਸੀਜਨ ਦੇਣਾ ਸਟਾਰਟ ਕਰ ਦਿੱਤਾ ਹੋਇਆ ਬਾਇਓਮੈਟ੍ਰਿਕ ਹੋਣ ਦੇ 2 ਹਫ਼ਤੇ ਬਾਅਦ ਉਹ AIP ਜਾਂ ਪਾਸਪੋਰਟ ਦੀ ਰਿਕੁਐਸਟ ਆਉਂਦੀ ਆ ਜੇ ਪਾਸਪੋਰਟ ਦੀ ਰਿਕੁਐਸਟ ਆਉਂਦੀ ਹੈ ਤਾਂ ਪਾਸਪੋਰਟ ਸਬਮਿਟ ਹੋ ਜਾਂਦਾ ਜੇ AIP ਆ ਜਾਂਦੀ ਹੈ ਬੱਚੇ ਨੂੰ AIP ਤੋਂ ਬਾਅਦ ਫਿਰ ਅੱਗੇ 2 ਹਫ਼ਤੇ ਹੋਰ ਲੈ ਲੈਂਦੇ ਆ ਮਿਨੀਮਮ ਮੈਂ ਦੱਸ ਰਿਹਾ ਜੀ 2 ਹਫ਼ਤੇ ਹੋਰ ਲੈ ਲੈਂਦੇ ਆ ਪਾਸਪੋਰਟ ਦੀ ਰਿਕੁਐਸਟ ਨੂੰ ਪਾਸਪੋਰਟ ਮੰਗਵਾਉਣ ਨੂੰ ਪਰ ਜੇ ਡਾਇਰੈਕਟ ਪਾਸਪੋਰਟ ਦੀ ਰਿਕੁਐਸਟ ਆ ਜਾਂਦੀ ਹੈ ਕਿ ਪਾਸਪੋਰਟ ਸਬਮਿਟ ਕਰਵਾ ਦਿਓ ਤੇ ਉਸ ਤੋਂ ਬਾਅਦ ਜਦੋਂ ਅਸੀਂ ਪਾਸਪੋਰਟ ਸਬਮਿਸ਼ਨ ਹੋ ਜਾਂਦੀ ਆ ਚਾਹੇ AIP ਤੋਂ ਬਾਅਦ ਚਾਹੇ ਡਾਇਰੈਕਟ ਉਸ ਤੋਂ ਬਾਅਦ ਵੀ 3-4 ਦਿਨ ਤੋਂ ਲੈ ਕੇ 2 ਹਫ਼ਤੇ ਕਈ ਵਾਰ ਮਹੀਨਾ ਵੀ ਲੱਗ ਜਾਂਦਾ ਪਾਸਪੋਰਟ ਦੀ ਸਟੈਂਪ ਹੋ ਕੇ ਵਾਪਸ ਆਉਣ ਨੂੰ ਸੋ ਇਹ ਕੈਨੇਡਾ ਦਾ ਕਰੰਟ ਪ੍ਰੋਸੀਜਰ ਆ ਇਸ ਤੋਂ ਬਾਅਦ ਫਿਰ ਜਦੋਂ ਪਾਸਪੋਰਟ ਸਟੈਂਪ ਹੋ ਕੇ ਆ ਜਾਂਦਾ ਬੱਚਿਆਂ ਨੂੰ ਇੱਕ ਟਰੈਵਲ ਸਪੋਰਟ ਜਿਹੜਾ ਡਾਕੂਮੈਂਟ ਆ ਕਾਲਜ ਤੋਂ ਅਰੇਂਜ ਕਰਕੇ ਦੇਈਦਾ ਜਿਹੜੇ ਕਾਲਜ ਔਰ ਯੂਨੀਵਰਸਿਟੀ ਦੇ ਵਿੱਚ ਬੱਚਾ ਜਾ ਰਿਹਾ ਹੁੰਦਾ ਉੱਥੋਂ ਇੱਕ ਟਰੈਵਲ ਸਪੋਰਟ ਡਾਕੂਮੈਂਟ ਉਹਨਾਂ ਤੋਂ ਅਰੇਂਜ ਕਰਾਈਦਾ ਕਾਲਜ ਤੋਂ ਮੰਗਵਾਉਂਦੇ ਆ ਉਸ ਤੋਂ ਬਾਅਦ ਬੱਚਾ ਫਲਾਈ ਕਰਦਾ ਆ ਕੈਨੇਡਾ ਦੇ ਵਿੱਚ 3 ਦਿਨ ਕੁਆਰੰਟਾਈਨ 3 ਦਿਨ ਪਲੱਸ 14 ਦਿਨ ਦਾ ਕੁਆਰੰਟਾਈਨ ਆ 72 ਆਵਰਸ ਪੁਰਾਣੀ ਰਿਪੋਰਟ ਲੈ ਕੇ ਜਾਣੀ ਮਤਲਬ 72 ਆਵਰਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਜਦੋਂ ਬੱਚਿਆਂ ਨੇ ਕੈਨੇਡਾ ਲੈਂਡ ਕਰਨਾ ਚੜ੍ਹਨਾ ਨਹੀਂ
ਲੈਂਡ ਕਰਨਾ ਤਾਂ 72 ਆਵਰਸ ਪਹਿਲਾਂ ਉਹਨਾਂ ਕੋਲ ਰਿਪੋਰਟ ਹੋਣੀ, ਮਤਲਬ ਇਮੀਡੀਏਟਲੀ ਪਹਿਲਾਂ ਉਹ ਕਰਕੇ ਜਾਣ ਤੇ 72 ਆਵਰਸ ਪੁਰਾਣੀ ਰਿਪੋਰਟ ਚਾਹੀਦੀ ਆ। ਫਿਰ ਉੱਥੇ 3 ਦਿਨ ਦਾ ਉਹਨਾਂ ਨੇ ਕੁਆਰੰਟਾਈਨ ਕਰਨਾ, ਉਸ ਤੋਂ ਬਾਅਦ ਫਿਰ 14 ਡੇਜ਼ ਦਾ ਕੁਆਰੰਟਾਈਨ ਕਰਨਾ। ਉਹ ਹੋਟਲ ਦੇ ਵਿੱਚ ਹੀ ਜਨਰਲੀ ਕਰਦੇ ਆ, ਬਟ ਅਗਰ ਕਿਸੇ ਬੱਚੇ ਕੋਲ ਆਪਣਾ ਘਰ ਹੈਗਾ, ਜਿਵੇਂ ਸਾਡੇ ਤਾਂ ਤਕਰੀਬਨ ਕੈਨੇਡਾ ਦੇ ਵਿੱਚ ਸਾਰਿਆਂ ਦਾ ਕੋਈ ਨਾ ਕੋਈ ਹੁੰਦਾ ਹੀ ਆ, ਸੋ ਉਹ ਸੈਲਫ ਕੁਆਰੰਟਾਈਨ ਵੀ ਹੋ ਸਕਦੇ ਆ। ਬੱਚੇ ਕਹਿ ਕੇ ਕਿ ਅਸੀਂ ਆਪਣੇ ਘਰ ਜਾਵਾਂਗੇ, ਰਿਲੇਟਿਵਸ ਕੋਲ ਰਵਾਂਗੇ ਜਾਂ ਅਲੱਗ ਸੈਪਰੇਟ ਅਸੀਂ ਰਵਾਂਗੇ, ਤਾਂ 14 ਡੇਜ਼ ਦਾ ਫਿਰ ਉਧਰ ਕੁਆਰੰਟਾਈਨ ਹੁੰਦਾ। ਉਸ ਤੋਂ ਬਾਅਦ ਟੈਸਟ ਹੋ ਕੇ ਫਿਰ ਬੱਚਿਆਂ ਨੂੰ ਅਲਾਓ ਕੀਤਾ ਜਾਂਦਾ ਕੈਨੇਡਾ ਦੇ ਵਿੱਚ ਅੱਗੇ ਫਰਦਰ ਪ੍ਰੋਸੈਸ ਕਰਨ ਦਾ। ਬਿਲਕੁਲ, ਇੱਥੇ ਜਿਵੇਂ ਸੰਧੂ ਸਾਹਿਬ ਕਹਿ ਰਹੇ ਨੇ, ਖਾਸ ਪੁਆਇੰਟਸ ਨੇ ਜੋ ਨੋਟ ਕਰਨ ਵਾਲੇ ਨੇ। ਜੇ ਤੁਸੀਂ ਕਰੋਨਾ ਕਾਲ ਦੇ ਵਿੱਚ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਹੋ, ਕੈਨੇਡਾ ਦਾ ਜ਼ਿਕਰ ਤਾਂ ਤੁਸੀਂ ਸਰ ਕੀਤਾ ਹੈ, ਹੁਣ ਮੈਂ UK, ਆਸਟ੍ਰੇਲੀਆ ਤੇ ਨਿਊਜ਼ੀਲੈਂਡ, ਇਹ ਵੀ ਬੜੀ ਫੇਵਰੇਟ ਡੈਸਟੀਨੇਸ਼ਨ ਨੇ, ਇਹਨਾਂ ਦੀ ਮੌਜੂਦਾ ਸਥਿਤੀ ਕੀ ਹੈ? ਹਾਂਜੀ, ਨਿਊਜ਼ੀਲੈਂਡ ਤੇ ਸਭ ਨੂੰ ਪਤਾ ਹੈ ਜੀ ਬੰਦ ਆ। ਇਨਫੈਕਟ ਜਿਹੜੀ ਨਿਊਜ਼ੀਲੈਂਡ ਆਪਣੇ ਇੰਡੀਆ ਦੇ ਵਿੱਚੋਂ ਇੱਕੋ ਇੱਕ ਹਾਈ ਕਮਿਸ਼ਨ ਐਮਬੈਸੀ ਸੀ ਉਹਨਾਂ ਦੀ ਮੁੰਬਈ, ਉਹ ਵੀ ਬੰਦ ਕਰ ਦਿੱਤੀ ਹੋਈ ਆ। ਆਸਟ੍ਰੇਲੀਆ ਦੇ ਵਿੱਚ ਹੁਣ ਜੁਲਾਈ ਇਨਟੇਕ ਆ, ਫੈਬ ਵਾਲੇ ਜਿਹੜੇ ਸਟੂਡੈਂਟਸ ਨੇ ਆਨਲਾਈਨ ਕਲਾਸਿਸ ਲਗਾ ਰਹੇ ਨੇ। ਵੀਜ਼ਾ ਆ ਰਿਹਾ ਆਸਟ੍ਰੇਲੀਆ ਦਾ, ਬਟ ਹਜੇ ਬੱਚਿਆਂ ਨੂੰ ਪਰਮਿਟ ਨਹੀਂ ਆ, ਉੱਧਰ ਟਰੈਵਲ ਕਰਨਾ ਪਰਮਿਟ ਨਹੀਂ ਆ, ਹਜੇ ਜਾ ਨਹੀਂ ਪਾ ਰਹੇ। ਸੋ ਇੰਗਲੈਂਡ ਦੇ ਵਿੱਚ 8 ਮਾਰਚ ਤੋਂ ਇੱਕ ਖੁਸ਼ਖਬਰੀ ਹੈ ਬੱਚਿਆਂ ਲਈ, 8 ਮਾਰਚ ਤੋਂ ਇੰਗਲੈਂਡ ਦੇ ਵਿੱਚ ਉਹਨਾਂ ਨੇ ਸਟੂਡੈਂਟਸ ਨੂੰ ਅਲਾਓ ਕਰਤਾ ਹੋਇਆ ਕਿ ਸਿਰਫ ਸਟੂਡੈਂਟਸ ਨੇ ਜਿਹੜੇ ਉੱਧਰ ਜਾ ਸਕਦੇ ਆ। ਜਾ ਕੇ ਫਿਰ ਉਹਨਾਂ ਦੇ 2 ਟੈਸਟ ਹੁੰਦੇ ਆ, 10 ਦਿਨ ਉਹਨਾਂ ਨੂੰ ਕੁਆਰੰਟਾਈਨ ਹੋਣਾ। ਸੈਕੰਡ ਡੇ ਟੈਸਟ ਹੁੰਦਾ, ਇੱਕ 10th ਡੇ 8th ਜਾਂ 10th ਡੇ ਟੈਸਟ ਹੁੰਦਾ। ਉਹ ਟੈਸਟ ਤੋਂ ਬਾਅਦ ਫਿਜ਼ੀਕਲ ਕਲਾਸਿਸ ਨੇ ਜਿਹੜੀਆਂ ਬੱਚੇ ਲਗਾ ਸਕਦੇ ਨੇ ਉੱਧਰ। ਸਰ ਤੁਸੀਂ ਹੁਣੇ ਇੱਕ ਜ਼ਿਕਰ ਕੀਤਾ ਸੀ AIP ਦਾ, ਮੈਂ ਚਾਹਾਂਗਾ ਕਿ ਉਹਨੂੰ ਥੋੜਾ ਵਿਸਤਾਰ 'ਚ ਦੇਖੋ ਕਿ AIP ਨੂੰ ਲੈ ਕੇ ਕਹਿੰਦੇ ਕਿ ਕੁਝ ਫਰਾਡ ਵੀ ਹੋ ਰਿਹਾ, ਇਹਦੀ ਡਿਟੇਲ ਜਾਣਨਾ ਚਾਹਾਂਗਾ। ਉਹ ਤਾਂ ਅਸੀਂ ਮੰਨੇ ਪਰਮੰਨੇ ਆ, ਪੂਰੇ ਦੁਨੀਆ ਦੇ ਵਿੱਚ ਫਰਾਡ ਕਰਨ ਦੇ ਵਿੱਚ ਪੰਜਾਬ ਵਾਲੇ ਸਭ ਤੋਂ ਟੌਪ ਦੇ ਉੱਪਰ ਨੇ, ਔਰ ਅਸੀਂ ਹੋਰ ਵੀ ਬਹੁਤ ਕੰਮਾਂ 'ਚ ਬਹੁਤ ਟੌਪ 'ਤੇ ਆ। ਬਹਾਦਰ ਵੀ ਅਸੀਂ ਟੌਪ ਦੇ ਆ, ਮਤਲਬ ਵਾਰੀਅਰਸ ਵੀ ਅਸੀਂ ਟੌਪ ਦੇ ਆ, ਔਰ ਖੇਤੀ 'ਚ ਵੀ ਟੌਪ ਦੇ ਆ, ਬਿਜ਼ਨਸ 'ਚ ਵੀ ਟੌਪ ਦੇ ਆ, ਬਹੁਤ ਕੰਮਾਂ 'ਚ ਟੌਪ ਦੇ ਆ। ਬਟ ਅਨਫੋਰਚੂਨੇਟਲੀ ਮਾੜੇ ਕੰਮਾਂ 'ਚ ਵੀ ਟੌਪ ਦੇ ਆ, ਮਤਲਬ ਉਹ ਕੰਮ ਜਿਹੜਾ ਹੋਰ ਕੋਈ ਵੀ ਸਟੇਟ ਸੋਚਦੀ ਨਹੀਂ ਅਸੀਂ ਕਰਦੇ ਹਾਂ ਹੁਣ। ਬਟ ਇਹਦੇ 'ਚ ਪੰਜਾਬ ਦਾ ਔਰ ਪੰਜਾਬ ਦੇ ਲੋਕਾਂ ਦਾ ਮੈਨੂੰ ਨਹੀਂ ਲੱਗਦਾ ਕੋਈ ਕਸੂਰ ਆ, ਕਿਉਂਕਿ ਮੈਂ ਨਾ ਹਮੇਸ਼ਾ ਇੱਕ ਨਿਖਲ ਜੀ, ਮੈਂ ਹਮੇਸ਼ਾ ਇੱਕ ਗੱਲ ਕਰਦਾ ਹੁੰਨਾ ਕਿ ਜਿਹੜਾ ਇੱਕ ਨਾ ਜਦੋਂ ਆਪਾਂ ਪਹਿਲਾਂ ਦੇਖਦੇ ਸੀਗੇ ਪਿੰਡਾਂ ਦੇ ਵਿੱਚ ਨਾ ਸੱਥ ਹੁੰਦੀ ਸੀ, ਜਿਹੜਾ ਚਰਾਹਾ ਜਿਹਨੂੰ ਆਪਾਂ ਸੱਥ ਕਹਿੰਦੇ ਆ, ਉਹਦੇ ਵਿੱਚ ਨਾ ਇੱਕ ਮਦਾਰੀ ਆ ਕੇ ਡੁਗਡੁਗੀ ਵਜਾਉਣ ਲੱਗ ਜਾਂਦਾ ਸੀ, ਆ ਕੇ ਨਾ ਡੁਗਡੁਗੀ ਵਜਾਉਂਦਾ, ਜਿਵੇਂ ਉਹ ਹੈ ਨਾ, ਜਿਵੇਂ ਉਹਨੂੰ ਆਪਾਂ ਡੁਗਡੁਗੀ ਕਹਿੰਦੇ ਸੀ। ਉਹ ਕੀ ਹੈ ਕਿ ਸਾਰੇ ਆਸ-ਪਾਸ ਨਾ ਲੋਕ ਘਰਾਂ 'ਚੋਂ ਕੰਮ ਛੱਡ ਕੇ ਉਹਦੇ ਆਸ-ਪਾਸ ਉਹ ਮਦਾਰੀ ਹੁੰਦਾ ਸੀਗਾ ਵੀ ਮੈਂ ਇਹ ਦੇਖੋ 1 ਦੇ 2 ਸਿੱਕੇ ਬਣਾ ਦੂੰਗਾ, ਮੈਂ ਆਹ ਜਾਦੂ ਕਰ ਦੂੰਗਾ, ਆਹ ਕਰ ਦੂੰਗਾ। ਹੁਣ ਆਪਾਂ ਜੇ ਕਹੀਏ, ਆਪਾਂ ਕਸੂਰ ਕੱਢੀਏ ਉਸ ਮਦਾਰੀ ਦਾ ਵੀ ਕੱਲਾ ਮਦਾਰੀ ਹੀ ਰਿਸਪੌਂਸੀਬਲ ਆ, ਇਹ ਜਿਹੜੇ ਆਸ-ਪਾਸ ਦੇ ਲੋਕ ਖੜੇ ਇਹਨਾਂ ਦਾ ਟਾਈਮ ਖਰਾਬ ਕਰਨ ਦਾ ਜਾਂ ਇਹਨਾਂ ਦਾ ਪੈਸਾ ਖਰਾਬ ਕਰਨ ਦਾ, ਤੁਹਾਨੂੰ ਕੀ ਲੱਗਦਾ ਫੇਅਰ ਆ? ਕੱਲਾ ਹੀ ਮਦਾਰੀ ਦਾ ਕੰਮ ਆ ਡੁਗਡੁਗੀ ਵਜਾਉਣਾ। ਜਿਹੜੇ ਆਸ-ਪਾਸ ਦੇ ਆਪੋ ਆਪਣੇ ਘਰਾਂ 'ਚੋਂ ਕੰਮ ਛੱਡ ਕੇ ਉਹਦੇ ਆਸ-ਪਾਸ ਖੜੇ ਹੋ ਜਾਂਦੇ ਆ, ਅਗਰ ਉਹ ਹੀ ਨਾ ਖੜੇ ਹੋਣ ਤਾਂ ਮਦਾਰੀ ਵਿਚਾਰਾ 2-4 ਵਾਰ ਡੁਗਡੁਗੀ ਵਜਾਊਗਾ, ਆਪਣੇ ਘਰ ਨੂੰ ਚੱਲਦਾ ਬਣੂਗਾ। ਮੇਰੇ ਹੀ ਕਹਿਣ ਦਾ ਮਤਲਬ ਆ ਏਜੰਟ ਨੇ ਜਿੰਨੇ ਵੀ ਮੈਕਸੀਮਮ ਏਜੰਟ ਨੇ ਮਦਾਰੀ ਨੇ, ਇਹਨਾਂ ਨੇ ਡੁਗਡੁਗੀ ਵਜਾਉਣੀ ਆਪਦੀ ਖੜ ਕੇ। ਤੁਸੀਂ ਦੇਖਣਾ ਵੀ ਤੁਸੀਂ ਸੁਣਨਾ ਇਹਨਾਂ ਦੇ ਆਸ-ਪਾਸ ਖੜੇ ਹੋ ਕੇ ਇਹਨਾਂ ਦੀਆਂ ਨੌਨ ਸੈਂਸ ਗੱਲਾਂ ਸੁਣਨੀਆਂ ਕਿ ਨਹੀਂ ਸੁਣਨੀਆਂ। ਇਹ ਕਹਿਣਗੇ ਅਸੀਂ ਤੁਹਾਨੂੰ AIP 4 ਦਿਨਾਂ 'ਚ ਲੈ ਦਾਂਗੇ, 5 ਦਿਨਾਂ 'ਚ ਲੈ ਦਾਂਗੇ। ਇਹ ਕਹਿਣਗੇ ਤੁਹਾਨੂੰ 24 ਘੰਟੇ ਦੇ ਵਿੱਚ ਆਫਰ ਲੈਟਰ ਲੈ ਦਾਂਗੇ, ਆਹ ਕਰ ਦਾਂਗੇ, ਆਹ ਕਰ ਦਾਂਗੇ। ਤੁਸੀਂ ਸੁਣਨੀਆਂ ਇਹਨਾਂ ਦੀਆਂ ਗੱਲਾਂ ਕਿ ਨਹੀਂ ਸੁਣਨੀਆਂ? ਕਿੰਨੇ ਸਕੈਮ ਹੋ ਲਏ, ਮਤਲਬ ਹੱਦ ਆ ਸਾਡੇ ਲੋਕਾਂ ਦੀ। ਤੁਸੀਂ ਦੇਖਿਆ ਪਿੱਛੇ ਜਦੋਂ ਜਲੰਧਰ ਦੇ ਵਿੱਚ ਉਹ ਫੜੇ ਗਏ ਸੀਗੇ, ਇਹ ਸਾਰੇ ਪੁੱਠੇ ਕੰਮਾਂ ਦਾ ਜਿਹੜਾ ਹੱਬ ਆ ਨਾ ਜੀ, ਇਹ 3-4 ਏਰੀਆ ਨੇ ਪੰਜਾਬ 'ਚ ਜਿੱਥੇ ਸਾਰੇ ਕੰਮ ਹੁੰਦੇ ਨੇ। ਸੋ ਦੇਖਿਆ ਸੀ ਉਹ ਮਤਲਬ ਘੱਟੋ ਘੱਟ 100 ਵਿਆਹ ਦੇ ਵਿੱਚ ਸਾਰੇ ਬਰਾਤੀ ਸੇਮ ਹੀ ਸੀਗੇ ਜਦੋਂ ਪਿੱਛੇ ਫਰਾਡ ਹੋਇਆ ਸੀਗਾ। ਸੇਮ ਹੁਣ ਕੀ ਕਰਨਾ ਸ਼ੁਰੂ ਕਰਤਾ ਜੀ, AIP ਦਾ ਜਿਹੜਾ ਫਰਾਡ ਤੁਸੀਂ ਕਹਿ ਰਹੇ ਹੋ। ਸਾਡੇ ਕੋਲ 1-2 ਬੱਚੇ ਆਏ ਨੇ ਜੀ ਜਿਨ੍ਹਾਂ ਤੋਂ ਸਾਨੂੰ ਵੀ ਪਤਾ ਲੱਗਿਆ ਕਿ ਤੁਸੀਂ ਸਾਨੂੰ ਫੀਸ ਦੇ ਦਿਓ, ਆਪਾਂ ਤੁਹਾਡੇ ਕਾਲਜ ਦੀ ਫੀਸ ਜਮ੍ਹਾਂ ਕਰਾਉਣੀ ਆ। ਫੀਸ ਬੱਚੇ ਏਜੰਟ ਨੂੰ ਦੇ ਦਿੰਦੇ ਆ, ਕਾਲਜ ਦਾ ਪਤਾ ਨਹੀਂ ਕੋਈ ਪ੍ਰਾਈਵੇਟ ਆ, ਉਹ ਏਜੰਟਸ ਕਾਲਜ ਨੂੰ ਫੀਸ ਵੀ ਜਮ੍ਹਾਂ ਨਹੀਂ ਕਰਾਉਂਦੇ। ਇੱਕ AIP ਜਿਹੜੀ ਕਿਸੇ ਬੱਚੇ ਦੀ ਆਈ ਹੁੰਦੀ ਆ ਉਹਨੂੰ ਐਡਿਟ ਕਰਕੇ ਬੱਚੇ ਨੂੰ ਦੇ ਦਿੰਦੇ ਆ, ਪਹਿਲਾਂ LOA ਵੀ ਐਡਿਟ ਕਰਕੇ ਦੇ ਦਿੰਦੇ ਆ ਕਿ ਆਹ ਲੈ ਤੇਰੀ ਫੀਸ ਵੀ ਜਮ੍ਹਾਂ ਹੋ ਗਈ ਕਾਲਜ ਦੇ ਵਿੱਚ, ਆਹ ਲੈ ਤੇਰੀ AIP ਵੀ ਆ ਗਈ ਹਾਈ ਕਮਿਸ਼ਨ ਤੋਂ, ਅੰਬੈਸੀ ਤੋਂ ਤੇਰੀ AIP ਵੀ ਆ ਗਈ।
ਓਕੇ ਸੋ ਹੁਣ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਉਹਨੂੰ ਕਹਿੰਦੇ ਆ ਤੇਰਾ ਵੀਜ਼ਾ ਰਿਜੈਕਟ ਕਰਤਾ ਹਾਈ ਕਮਿਸ਼ਨ ਨੇ, ਫੀਸ ਤੇਰੀ ਹੁਣ ਕਾਲਜ ਦੀ ਵਾਪਸ ਨਹੀਂ ਹੋਣੀ, ਜਾਂ 50-60% ਜਿਹੜਾ ਤੂੰ 8 ਲੱਖ ਦਿੱਤਾ ਸੀ 9 ਲੱਖ ਉਹਦੇ ਚੋਂ ਕੱਟ ਕੇ ਤੈਨੂੰ ਹੋਗੀ। ਨਾ ਤਾਂ ਕਾਲਜ ਕੋਲ ਫੀਸ ਗਈ ਸੀ, ਨਾ ਹਾਈ ਕਮਿਸ਼ਨ ਦੇ ਵਿੱਚ AIP ਲਈ ਅਪਲਾਈ ਕੀਤਾ ਸੀਗਾ, ਕੁਝ ਵੀ ਨਹੀਂ ਹੋਇਆ ਸੀਗਾ। ਸਾਰਾ ਕੁਝ ਗੋਲ ਗੋਲ ਹੋ ਕੇ ਬੱਚੇ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਉਹਦੇ ਨਾਲ ਕੀ ਹੋ ਗਿਆ। ਜਦੋਂ ਤੱਕ ਇਹਨਾਂ ਮਦਾਰੀਆਂ ਦੇ ਆਸ-ਪਾਸ ਘੁੰਮੀ ਜਾਓਗੇ ਤੁਹਾਡੇ ਨਾਲ ਫਰਾਡ ਹੋਣਾ ਹੀ ਹੋਣਾ। ਏਜੰਟਾਂ ਨੇ ਨਹੀਂ ਰੁਕਣਾ ਤੁਹਾਨੂੰ ਫਰਾਡ ਕਰਨ ਤੋਂ, ਤੁਹਾਨੂੰ ਹੀ ਰੁਕਣਾ ਪੈਣਾ ਇਹਨਾਂ ਕੋਲ ਜਾ ਕੇ ਫਸਣ ਤੋਂ। ਆਪ ਹੀ ਸਿਆਣੇ ਹੋ ਜਾਓ। 12-12 14-14 15-15 ਸਾਲ ਦੇ ਜਿਹੜੀਆਂ ਕੰਪਨੀਆਂ, ਮੈਂ ਨਹੀਂ ਕਹਿੰਦਾ ਮੈਂ ਹੀ ਦੁੱਧ ਨਾਲ ਧੋਤਾ ਹੋਇਆ, ਬਾਕੀ ਸਾਰੇ ਨੇ ਵਧੀਆ ਲੋਕ ਵੀ ਨੇ ਇਸ ਸਾਡੀ ਇੰਡਸਟਰੀ ਦੇ ਵਿੱਚ, ਬਟ ਮਾੜੀ ਗੱਲ ਅਨਫੋਰਚੂਨੇਟਲੀ ਉਹ ਵਧੀਆ ਨੇ ਜਿਹੜੇ ਉਹ 10 ਨੇ। ਹੁਣ ਇੱਕ ਕਲਾਸ ਦੇ ਵਿੱਚ ਜਾਂ 10,000 ਦੇ ਵਿੱਚ 10 ਬੰਦੇ ਖੜ ਕੇ ਇੱਕ ਪਾਸੇ ਰੌਲਾ ਪਾ ਰਹੇ ਹੋਣ, ਔਰ ਤੁਸੀਂ ਸੋਚੋ 9,990 ਇੱਕ ਪਾਸੇ ਰੌਲਾ ਪਾ ਰਹੇ ਹੁਣ, ਤੁਹਾਨੂੰ ਕਿਹਦਾ ਰੌਲਾ ਜ਼ਿਆਦਾ ਸੁਣੂਗਾ? ਸਾਨੂੰ ਜਿਹਦਾ ਰੌਲਾ ਜ਼ਿਆਦਾ ਸੁਣਦਾ ਉਧਰ ਜਾਂਦੇ। ਸੋ ਪਹਿਲਾਂ ਇਹ ਆਫਰ ਲੈਟਰ ਨਾਲ ਵੀ ਹੁੰਦਾ ਫਰਾਡ। ਬੱਚੇ ਇੱਕ ਨਾ ਸਾਡੇ 'ਚ ਪੇਸ਼ੈਂਸ ਹੈ ਨਹੀਂ ਗੀ, ਸਾਡੇ ਨਾ ਸਹਿਨਸ਼ੀਲਤਾ ਨਹੀਂ। ਅਸੀਂ ਕਹਿੰਦੇ ਹਾਂ ਅੱਜ ਹੀ ਅਪਲਾਈ ਕੀਤਾ, ਕੱਲ ਨੂੰ ਰਾਤੋਂ ਰਾਤ ਆਫਰ ਲੈਟਰ ਆ ਜਾਵੇ, ਤੂੰ ਨਹੀਂ ਦੇ ਸਕਦਾ, ਜਿਹੜਾ ਦੇ ਸਕਦਾ ਉਹ ਤੋਂ ਲਾਵਾਂਗੇ। ਉਹ ਫਿਰ ਆਫਰ ਲੈਟਰ ਦੇ ਵੀ ਨਾਮ ਐਡਿਟ ਕਰਕੇ ਤੁਹਾਨੂੰ ਦੇ ਦਿੰਦੇ ਆ। ਤੁਸੀਂ ਆਫਰ ਲੈਟਰ ਕੈਨੇਡਾ ਦੇ ਕਾਲਜ ਨੂੰ ਭੇਜ ਕੇ ਚੈੱਕ ਤਾਂ ਕਰਾਉਣੀ ਨਹੀਂ ਵੀ ਇਹ ਤੁਸੀਂ ਦਿੱਤੀ ਆ ਕਿ ਨਹੀਂ ਦਿੱਤੀ। ਸੋ ਸੇਮ ਜਿਹੜਾ ਹੁਣ ਫਰਾਡ ਹੋ ਰਿਹਾ ਉਹ AIP ਦੇ ਨਾਲ ਹੋ ਰਿਹਾ। ਬਿਲਕੁਲ ਜੀ, ਸਾਵਧਾਨ ਵੀ ਤੁਹਾਨੂੰ ਰੱਖਣਾ ਹੈ, ਸਤਰਕ ਵੀ ਤੁਹਾਨੂੰ ਰੱਖਣਾ ਹੈ ਤੇ ਗਾਈਡ ਵੀ ਤੁਹਾਨੂੰ ਕਰਨਾ ਹੈ। ਵੇਖਦੇ ਰਹੋ ਰੈਫਲਸ ਐਡੂਸਿਟੀ ਪ੍ਰੈਜ਼ੈਂਟਸ ਇਮੀਗ੍ਰੇਸ਼ਨ ਹੈਲਪਲਾਈਨ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਰੈਫਲਸ ਐਡੂਸਿਟੀ ਪ੍ਰੈਜ਼ੈਂਟਸ ਇਮੀਗ੍ਰੇਸ਼ਨ ਹੈਲਪਲਾਈਨ। ਤੇ ਅੱਜ ਦਾ ਸਾਡਾ ਵਿਸ਼ਾ ਹੈ ਕਿ ਕਰੋਨਾ ਕਾਲ ਦੇ ਵਿੱਚ ਵੱਖ-ਵੱਖ ਕੰਟਰੀਜ਼ ਦੀ ਪ੍ਰੈਜ਼ੈਂਟ ਸਿਚੁਏਸ਼ਨ ਕੀ ਹੈ ਸਟੂਡੈਂਟ ਵੀਜ਼ਾ ਨੂੰ, ਵਿਜ਼ਿਟਰ ਵੀਜ਼ਾ ਨੂੰ ਲੈ ਕੇ। ਤੇ ਇਸ ਬਾਰੇ ਚਰਚਾ ਸਾਡੇ ਨਾਲ ਕਰ ਰਹੇ ਨੇ ਮੈਨੇਜਿੰਗ ਡਾਇਰੈਕਟਰ ਰੈਫਲਸ ਐਡੂਸਿਟੀ ਮਿਸਟਰ ਸਵਰਨ ਸਿੰਘ ਸੰਧੂ। ਸੰਧੂ ਸਾਹਿਬ, ਹੁਣ ਖਾਸ ਤੌਰ ਤੇ ਇਹ ਜਾਣਨਾ ਚਾਹਾਂਗਾ ਤੁਹਾਡੇ ਕੋਲੋਂ ਕਿ ਆਫਲਾਈਨ ਕਲਾਸਿਸ ਜਿਹੜੀਆਂ ਨੇ ਕੈਨੇਡਾ ਦੇ ਵਿੱਚ ਉਹ ਕਦੋਂ ਤੋਂ ਸ਼ੁਰੂ ਹੋ ਰਹੀਆਂ ਨੇ? ਹਾਂਜੀ, ਕੈਨੇਡਾ ਦੇ ਵਿੱਚ ਜਿਹੜੀਆਂ ਆਫਲਾਈਨ ਕਲਾਸਿਸ ਸਟਾਰਟ ਹੋਣਗੀਆਂ ਜੀ ਹੁਣ ਸੈਪਟੈਂਬਰ ਤੋਂ, ਬਟ ਸਾਨੂੰ ਬਹੁਤ ਜ਼ਿਆਦਾ ਉਮੀਦ ਸੀਗੀ ਕਿ ਮਈ ਤੋਂ ਇਹ ਕਲਾਸਿਸ ਨੇ ਜਿਹੜੀਆਂ ਉਹ ਸਟਾਰਟ ਹੋ ਜਾਣਗੀਆਂ, ਬਟ ਕਿਉਂਕਿ ਜਿਹੜੀ ਆ ਸੈਕੰਡ ਵੇਵ ਆਈ ਆ ਕਰੋਨਾ ਦੀ, ਇਹਦੇ ਕਰਕੇ ਇਹਨੇ ਸਾਰਾ ਕੁਝ ਗੜਬੜਾ ਦਿੱਤਾ ਹੋਇਆ। ਇਹਦੇ ਕਰਕੇ ਸਾਰਾ ਸਿਸਟਮ ਫਿਰ ਤੋਂ ਅਪਸੈਟ ਹੋ ਗਿਆ। ਸੋ ਮਈ ਦੇ ਵਿੱਚ ਹੁਣ ਆਨਲਾਈਨ ਕਲਾਸਿਸ ਹੀ ਲੱਗਣਗੀਆਂ। ਸੋ ਸੈਪਟੈਂਬਰ ਦੇ ਵਿੱਚ ਉਮੀਦ ਆ, ਦੇਖੋ ਮੈਂ ਕੋਈ ਕੈਨੇਡਾ ਗੌਰਮੈਂਟ ਦਾ ਕੋਈ ਪ੍ਰਵਕਤਾ ਤਾਂ ਹੈ ਨਹੀਂ ਕਿ ਮੈਂ ਉਹਨਾਂ ਦੇ ਵੱਲੋਂ ਰਿਪਰੈਜ਼ੈਂਟੇਟਿਵ ਨਹੀਂ ਆ, ਮੈਂ ਕੋਈ ਬਿਆਨ ਦੇਵਾਂ, ਬਟ ਜਿੱਦਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਜੂਕੇਸ਼ਨ ਮਿਨਿਸਟਰ ਨੇ ਬਿਆਨ ਦਿੱਤਾ ਕਿ ਉਹ ਸੈਪਟੈਂਬਰ ਤੋਂ ਬੱਚਿਆਂ ਦੀਆਂ ਆਫਲਾਈਨ ਕਲਾਸਿਸ ਸਾਰੇ ਕਾਲਜ ਸਕੂਲਸ ਦੇ ਵਿੱਚ ਸਟਾਰਟ ਕਰ ਦੇਣਗੇ। ਇਹਦੇ ਤੋਂ ਉਮੀਦ ਜਾਗੀ ਆ ਕਿ ਸਾਰੇ ਕੈਨੇਡਾ ਦੇ ਵਿੱਚ ਸੈਪਟੈਂਬਰ ਤੋਂ, ਜੇ ਪਰਮਾਤਮਾ ਨੇ ਸੁੱਖ ਰੱਖੀ, ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਸਾਰੀ ਦੁਨੀਆ ਦੇ ਉੱਪਰ, ਤੇ ਅਸੀਂ ਸੈਪਟੈਂਬਰ ਤੋਂ ਜਿਹੜੇ ਸਾਡੇ ਬੱਚੇ ਨੇ ਉੱਥੇ ਆਫਲਾਈਨ ਕਲਾਸਿਸ ਲਗਾਉਣੀਆਂ ਸਟਾਰਟ ਕਰ ਦੇਣਗੇ। ਬਟ ਇਹਦੇ ਨਾਲ ਇੱਕ ਨਿਖਿਲ ਜੀ ਹੁਣ ਇੱਕ ਛੋਟੀ ਜੀ ਇਹ ਆ ਗਈ ਆ ਪ੍ਰੋਬਲਮ ਕਿ ਜਦੋਂ ਬੱਚਿਆਂ ਨੂੰ ਹੁਣ ਇਹ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਮੇ ਇਨਟੇਕ ਦੇ ਵਿੱਚ ਆਨਲਾਈਨ ਕਲਾਸਿਸ ਹੀ ਲੱਗਣਗੀਆਂ, ਤਾਂ ਜਿਹੜੇ ਬੱਚਿਆਂ ਦਾ ਮੇ ਦੇ ਵਿੱਚ ਵੀਜ਼ਾ ਵੀ ਆ ਚੁੱਕਿਆ ਜਾਂ ਜਿਨ੍ਹਾਂ ਨੇ ਆਫਰ ਵੀ ਅਪਲਾਈ ਕਰਨੀਆਂ ਸੀ, ਉਹਨਾਂ ਨੇ ਹੁਣ ਡੈਫਰ ਕਰਵਾਉਣੇ ਸ਼ੁਰੂ ਕਰ ਦਿੱਤੇ ਉਹ ਆਪਣੇ ਅੱਗੇ ਜਾ ਕੇ ਸੈਪਟੈਂਬਰ 'ਚ, ਕਿ ਅਸੀਂ ਸੈਪਟੈਂਬਰ ਦੇ ਵਿੱਚ ਹੀ ਜਾਵਾਂਗੇ। ਉਹਦੇ ਨਾਲ ਨੁਕਸਾਨ ਕੀ ਹੋਇਆ ਕਿ ਜਿਹੜੇ ਨਵੇਂ ਬੱਚੇ ਨੇ, ਜਿਨ੍ਹਾਂ ਨੇ ਹਜੇ ਤੱਕ ਨਾ ਵੀਜ਼ਾ ਅਪਲਾਈ ਕੀਤਾ ਸੀ ਨਾ ਆਫਰ ਲੈਟਰ ਅਪਲਾਈ ਕੀਤਾ ਸੀ, ਉਹਨਾਂ ਨੂੰ ਪ੍ਰੋਬਲਮ ਇਹ ਹੈ ਕਿ ਉਹਨਾਂ ਲਈ ਸੀਟਾਂ ਘੱਟ ਗਈਆਂ ਸੈਪਟੈਂਬਰ ਇਨਟੇਕ ਦੇ ਵਿੱਚ। ਇੱਕ ਤਾਂ ਵੈਸੇ ਹੀ ਉਹਨਾਂ ਨੇ ਸੋਸ਼ਲ ਡਿਸਟੈਂਸਿੰਗ ਦੀ ਵਜ੍ਹਾ ਕਰਕੇ ਸੈਪਟੈਂਬਰ ਦੇ ਵਿੱਚ ਥੋੜ੍ਹੀਆਂ ਬੱਚਿਆਂ ਨੂੰ ਉਨੇ ਕੀ ਸੀਟਸ ਦੇਣੀਆਂ ਸੀਗੀਆਂ ਕਿ ਬੱਚੇ ਬਹੁਤ ਜ਼ਿਆਦਾ ਰਸ਼ ਨਾ ਹੋਵੇ। ਉੱਪਰ ਦੀ ਇਹ ਜਿਹੜੇ ਡੈਫਰਸ ਵਾਲੇ ਉਧਰ ਚਲੇ ਗਏ, ਬਟ ਇਹ ਨਹੀਂ ਹੈ ਕਿ ਸੈਪਟੈਂਬਰ ਦੇ ਵਿੱਚ ਸੀਟਸ ਹੈ ਨਹੀਂ। ਬਹੁਤ ਸਾਰੇ ਕਾਲਜਸ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਅਵੇਲੇਬਲ ਨੇ ਅਜੇ ਵੀ। ਤੁਸੀਂ ਜਿੰਨਾ ਜਲਦੀ ਤੋਂ ਜਲਦੀ ਅਪਲਾਈ ਕਰ ਸਕਦੇ ਹੋ, ਤੁਹਾਨੂੰ ਸੈਪਟੈਂਬਰ ਇਨਟੇਕ ਮਿਲ ਜੂਗਾ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਨਫਿਊਜ਼ਨ ਆ, ਕੋਈ ਵੀ ਕੁਐਸਚਨ ਆ, ਕਿ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਸੁਣਨ ਨਾਲੋਂ ਆ ਹੈਲਪਲਾਈਨ ਨੰਬਰ ਤੇ ਕਾਲ ਕਰੋ, ਰੈਫਲਸ ਐਡੂਸਿਟੀ ਦੇ ਕਿਸੇ ਆਫਿਸ ਦੇ ਵਿੱਚ ਅਪਰੋਚ ਕਰਕੇ ਪਤਾ ਕਰੋ, ਮਿਸ ਗਾਈਡ ਨਾ ਹੋਵੋ। ਹਰ ਬੰਦਾ ਆਪਣੇ ਹਿਸਾਬ ਨਾਲ ਤੁਹਾਨੂੰ ਗਾਈਡ ਕਰੂਗਾ, ਮਿਸ ਗਾਈਡ ਨਾ ਹੋਵੋ। ਔਰ ਬਹੁਤ ਇੰਪੋਰਟੈਂਟ ਨਿਖਿਲ ਜੀ, ਜਨਵਰੀ ਮੈਂ ਦੱਸਣਾ ਚਾਹ ਰਿਹਾ ਬੱਚਿਆਂ ਨੂੰ, ਜਨਵਰੀ 2022 ਦੀਆਂ 2022 ਦੀਆਂ
ਵੀ ਜਿਹੜੀਆਂ ਐਡਮਿਸ਼ਨਸ ਨੇ ਉਹ ਸਟਾਰਟ ਹੋ ਚੁੱਕੀਆਂ ਨੇ। ਸੋ ਬੱਚਿਓ ਤੁਸੀਂ ਜਨਵਰੀ 22 ਲਈ 20 ਆਫਰ ਲੈਟਰ ਨੇ ਜਿਹੜੀਆਂ ਅਪਲਾਈ ਕਰਨੀਆਂ ਸ਼ੁਰੂ ਕਰ ਦੇਵੋ, ਕਿਉਂਕਿ ਇਹ ਫਿਰ ਸੈਪਟੈਂਬਰ 'ਚ ਜਿਨ੍ਹਾਂ ਨੂੰ ਨਹੀਂ ਮਿਲਣਗੀਆਂ ਉਹਨਾਂ ਨੇ ਪਹਿਲਾਂ ਹੀ ਸੀਟਾਂ ਨੇ ਜਿਹੜੀਆਂ ਉਹ 22 ਵਾਲੀਆਂ ਵੀ ਫਿਲ ਕਰ ਦੇਣੀਆਂ। ਸੋ ਸੈਪਟੈਂਬਰ ਵੀ ਓਪਨ ਆ ਐਂਡ 22 ਜਨਵਰੀ ਵੀ ਓਪਨ ਆ ਐਂਡ ਤੁਸੀਂ ਬੈਠੋ ਨਾ ਹੁਣ, ਬਸ ਇਮੀਡੀਏਟਲੀ ਨਿਕਲੋ ਘਰਾਂ ਦੇ ਵਿੱਚੋਂ ਤੇ ਆਪਣਾ ਪ੍ਰੋਸੈਸ ਕਰੋ। ਕੋਈ ਡਾਊਟ ਹੈ, ਕੋਈ ਵੀ ਕੁਐਰੀ ਆ, ਜ਼ਿਆਦਾ ਲੋਕਾਂ ਤੋਂ ਨਾ ਸੁਣੋ, ਸਿਰਫ ਐਕਸਪਰਟ ਦੀ ਗੱਲ ਸੁਣੋ। ਇਹਦੇ ਸਰ ਇੱਕ ਵਿਊਅਰ ਦਾ ਸਵਾਲ ਵੀ ਸਾਡੇ ਤੱਕ ਪਹੁੰਚਿਆ ਕਿ ਕੈਨੇਡਾ ਸਟੂਡੈਂਟ ਵੀਜ਼ਾ ਲਈ ਜਿਹੜੀ ਆਇਲਸ ਦੀ ਰਿਕੁਆਇਰਮੈਂਟ ਹੈ ਉਸ ਲਈ ਕਿੰਨੇ ਬੈਂਡ ਜਿਹੜੇ ਨੇ ਉਹ ਚਾਹੀਦੇ ਹੁੰਦੇ ਨੇ? ਆਈਲੈਟਸ ਰਿਕੁਆਇਰਮੈਂਟ ਸੇਮ ਹੈ ਜੀ, 6 ਬੈਂਡ ਈਚ ਰਿਕੁਆਇਰਮੈਂਟ ਆ। ਬਾਕੀ ਹਰ ਬੰਦਾ ਆਪਣੇ ਆਪਣੇ ਤਰੀਕੇ ਨਾਲ ਦੱਸ ਰਿਹਾ ਕਿ ਮੈਂ 5 ਤੇ ਲਵਾਤਾ, ਮੈਂ 5.5 ਬੈਂਡ ਤੇ ਵੀਜ਼ਾ ਲਵਾਤਾ, ਐਵੇਂ ਦਾ ਕੁਝ ਨਹੀਂ ਆ। ਸਾਡੇ ਕੁਝ ਬੱਚਿਆਂ ਦੇ ਵੀਜ਼ਾਜ਼ ਆਏ ਆ ਜਿਨ੍ਹਾਂ ਦਾ ਇੱਕ ਮੋਡਿਊਲ 'ਚੋਂ 5.5 ਸੀ, ਬਟ ਇੱਕ ਹੋਰ ਬੱਚੇ ਦਾ ਵੀਜ਼ਾ ਆਇਆ ਜਿਹਦੇ 2 ਮੋਡਿਊਲ 'ਚੋਂ 5.5 ਸੀ। ਬਿਲਕੁਲ ਵੀ ਮੈਂ ਤੁਹਾਨੂੰ ਰਿਕਮੈਂਡ ਨਹੀਂ ਕਰਦਾ ਕਿ ਅਗਰ ਤੁਹਾਡੇ 2 ਮੋਡਿਊਲ 'ਚੋਂ 5.5 ਨੇ ਤੇ ਕੈਨੇਡਾ ਦਾ ਵੀਜ਼ਾ ਅਪਲਾਈ ਕਰੋ। ਰਿਸਕ ਨਹੀਂ ਲੈਣਾ ਚਾਹੀਦਾ ਆਪਣੀ ਜ਼ਿੰਦਗੀ ਨਾਲ, ਆਪਣੇ ਪੈਸਿਆਂ ਨਾਲ, ਆਪਣੇ ਟਾਈਮ ਨਾਲ। ਮਾਂ ਪਿਓ ਦੀ ਮਿਹਨਤ ਦੀ ਕਮਾਈ ਦਾ ਤੁਸੀਂ ਜਿਹੜਾ ਪੈਸਾ ਉਹਨਾਂ ਨੇ ਕਮਾਈ ਕੀਤੀ ਹੈ ਮਿਹਨਤ ਨਾਲ, ਉਹਦੇ ਨਾਲ ਤੁਹਾਨੂੰ ਰਿਸਕ ਨਹੀਂ ਲੈਣਾ ਚਾਹੀਦਾ। ਸੋ ਇਸ ਲਈ ਅਗਰ ਇੱਕ ਮੋਡਿਊਲ 'ਚੋਂ 5.5 ਬੈਂਡ ਨੇ ਤਾਂ ਅਪਲਾਈ ਕਰ ਲਓ, ਔਰ ਅਗਰ 2 'ਚੋਂ ਨੇ ਤਾਂ ਬਿਲਕੁਲ ਵੀ ਨਾ ਕਰੋ। ਬਟ ਮੈਂ ਹਮੇਸ਼ਾ ਰਿਕਮੈਂਡ ਇਹੀ ਕਰਦਾ ਕਿ 6 ਈਚ ਹੀ ਲਵੋ। ਆਈਲੈਟਸ ਕੋਈ ਵੀ ਰੌਕਟ ਸਾਇੰਸ ਨਹੀਂ ਆ, ਆਈਲੈਟਸ ਕਰ ਲਓ। ਕਈ ਵਾਰ ਬੱਚੇ ਉਹੀ ਹੌਸਲਾ ਜਿਹਾ ਛੱਡ ਦਿੰਦੇ ਆ ਕਿ ਹੁਣ ਨਹੀਂ, ਮੇਰੇ ਤੋਂ ਹੋਣੀ 2 ਵਾਰ ਹੋ ਗਈ, 3 ਵਾਰ ਹੋ ਗਈ, ਇਹੋ ਜਿਹਾ ਕੁਝ ਨਹੀਂ ਹੁੰਦਾ। ਇਹ ਕੋਈ ਬਹੁਤ ਵੱਡੀ ਚੀਜ਼ ਨਹੀਂ ਆ। ਦੇਖੋ ਜੰਗਲਾਂ ਦੇ ਵਿੱਚੋਂ ਆ ਹੱਥ ਪੈਰ ਗਾਲ ਕੇ ਜਾਣ ਨਾਲੋਂ ਤਾਂ ਚੰਗਾ ਏਸੀ ਦੇ ਕਮਰੇ ਦੇ ਵਿੱਚ ਬੈਠ ਕੇ ਟੀਚਰ ਤੋਂ ਆਈਲੈਟਸ ਸਿੱਖਣਾ ਆ ਤਾਂ ਸੌਖਾ। ਸੋ ਇੰਨਾ ਕੁ ਕੰਮ ਕਰ ਲਓ, ਤੁਹਾਨੂੰ ਬਹੁਤ ਜ਼ਿਆਦਾ ਪੁੱਠੇ ਕੰਮ ਨਹੀਂ ਫਿਰ ਕਰਨੇ ਪੈਂਦੇ। ਸੋ ਆਈਲੈਟਸ ਰਿਕੁਆਇਰਮੈਂਟ 6 ਈਚ ਆ ਜੀ, ਇੱਕ ਮੋਡਿਊਲ 'ਚੋਂ 5.5 ਨਾਲ ਟਰਾਈ ਕਰੋ, ਬਟ ਮੈਂ ਰਿਕਮੈਂਡ ਨਹੀਂ ਕਰਦਾ ਜੀ। ਤੇ ਇਹਦੇ ਸਰ ਇੱਕ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਆਪਣੇ ਸਵਾਲ ਦੇ ਨਾਲ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਅਮਰੀਕ ਸਿੰਘ ਬੋਲਦਾ ਜੀ, ਸੰਗਰੂਰ ਤੋਂ। ਸਤਿ ਸ਼੍ਰੀ ਅਕਾਲ ਜੀ ਅਮਰੀਕ ਜੀ, ਆਪਣਾ ਸਵਾਲ ਪੁੱਛੋ ਤੁਸੀਂ। ਹਾਂ, ਮੈਂ ਇਹੀ ਪੁੱਛਣਾ ਚਾਹੁੰਦਾ ਸੀ ਜੀ ਵੀ ਮੈਂ ਮੇਰੇ ਬੱਚੇ ਨੇ 12ਵੀਂ ਪਾਸ ਕਰ ਲਈ ਹੈ ਤੇ ਅਸੀਂ ਉਹਨੂੰ ਸਟੂਡੈਂਟ ਵੀਜ਼ਾ ਤੇ ਯੂਕੇ ਭੇਜਣਾ ਚਾਹੁੰਦੇ ਸੀ ਤੇ ਆਇਲਸ ਕਲੀਅਰ ਕਰੇ ਬਗੈਰ ਕੀ ਅਸੀਂ ਭੇਜ ਸਕਦੇ ਹਾਂ ਜੀ? ਜੀ ਸਰ। ਸਰ ਤੁਸੀਂ ਨਹੀਂ ਭੇਜ ਸਕਦੇ ਆਈਲੈਟਸ ਕੀਤੇ ਬਿਨਾ ਯੂਕੇ, ਬਿਕੋਜ਼ ਇਹ ਵੀ ਇੱਕ ਨਾ ਭਰਮ ਫੈਲਾਇਆ ਹੋਇਆ ਪੰਜਾਬ ਦੇ ਏਜੰਟਾਂ ਨੇ। ਅਗਰ ਤੁਹਾਡੇ ਕੋਲ ਆਈਲੈਟਸ ਨਹੀਂ ਹੈਗੀ, ਆਪਾਂ ਤੁਹਾਨੂੰ ਯੂਕੇ ਦਾ ਵੀਜ਼ਾ ਲਗਵਾ ਦਾਂਗੇ। ਕੁਛ ਟਾਈਮ, ਥੋੜ੍ਹੇ ਜਿਹੇ ਟਾਈਮ ਦੇ ਵਿੱਚ ਕੁਛ ਵੀਜ਼ਾਜ਼ ਆਏ ਬੱਚਿਆਂ ਦੇ, ਬਟ ਅੱਜ ਅਗਰ ਕਰੰਟ ਸਿਚੁਏਸ਼ਨ ਦੱਸੀਏ ਤਾਂ ਵਿਦਆਊਟ ਆਈਲੈਟਸ ਬੱਚਿਆਂ ਦਾ ਵੀਜ਼ਾ ਨਹੀਂ ਆ ਰਿਹਾ। 6 ਬੈਂਡ ਚਾਹੀਦੇ ਆ, ਨਾਟ ਲੈਸ ਦੈਨ 5.5 ਇਨ ਐਨੀ ਮੋਡਿਊਲ। ਹਾਂ, ਇਹਦੇ ਵਿੱਚ 2 ਮੋਡਿਊਲ 'ਚੋਂ ਵੀ ਅਗਰ 5.5 ਨੇ ਚੱਲ ਜਾਂਦਾ, ਬਟ 6 ਓਵਰਆਲ ਬੈਂਡ ਚਾਹੀਦੇ ਆ। ਵਿਦਆਊਟ ਆਈਲੈਟਸ ਯੂਕੇ ਦਾ ਵੀਜ਼ਾ ਸਰ ਨਹੀਂ ਲੱਗਦਾ। ਤੁਸੀਂ ਬੱਚੇ ਨੂੰ ਸਾਡੇ ਕੋਲ ਭੇਜੋ, ਅਸੀਂ ਉਹਨੂੰ 6 ਬੈਂਡ ਲੈ ਦਾਂਗੇ ਆਈਲੈਟਸ ਤੇ। ਬਿਲਕੁਲ ਜੀ, ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਵੀ ਜਾਰੀ ਰਹੇਗਾ ਰੈਫਲਸ ਐਡੂਸਿਟੀ ਪ੍ਰੈਜ਼ੈਂਟਸ ਇਮੀਗ੍ਰੇਸ਼ਨ ਹੈਲਪਲਾਈਨ। ਤੁਸੀਂ ਬਸ ਜੁੜੇ ਰਹੋ ਸਾਡੇ ਨਾਲ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਰੈਫਲਸ ਐਡੂਸਿਟੀ ਪ੍ਰੈਜ਼ੈਂਟਸ ਇਮੀਗ੍ਰੇਸ਼ਨ ਹੈਲਪਲਾਈਨ। ਤੇ ਹੁਣ ਇਸ ਕਰੋਨਾ ਕਾਲ ਦੌਰਾਨ ਜੋ ਸਟੂਡੈਂਟਸ ਰੈਫਲਸ ਐਡੂਸਿਟੀ ਦੀ ਗਾਈਡੈਂਸ ਦੇ ਨਾਲ ਕੈਨੇਡਾ ਗਏ, ਉਹ ਕੈਨੇਡਾ ਦੇ ਸੂਰਤ ਹਾਲ ਬਾਰੇ, ਮੌਜੂਦਾ ਸਥਿਤੀ ਬਾਰੇ ਕੀ ਕਹਿ ਰਹੇ ਨੇ, ਜਾਣਦੇ ਹਾਂ ਉਹਨਾਂ ਦੀ ਜ਼ੁਬਾਨੀ ਤੇ ਤੁਹਾਨੂੰ ਲੈ ਚੱਲਦੇ ਆ ਸਿੱਧਾ ਕੈਨੇਡਾ। ਹੈਲੋ ਐਵਰੀਵਨ, ਆਈ ਹੋਪ ਤੁਸੀਂ ਸਾਰੇ ਬਿਲਕੁਲ ਠੀਕ ਹੋ। ਮੇਰਾ ਨਾਮ ਅਮਨਦੀਪ ਕੌਰ ਹੈ ਔਰ ਮੈਂ ਇਸ ਟਾਈਮ ਕੈਨੇਡਾ ਦੇ ਵਿੱਚ ਹਾਂ। ਮੈਂ ਆਪਣਾ ਵੀਜ਼ਾ ਰੈਫਲਸ ਐਡੂਸਿਟੀ ਤੋਂ ਲਗਵਾਇਆ ਸੀਗਾ ਔਰ ਮੈਂ ਫੈਂਸ਼ੀਓ ਕਾਲਜ ਇਨ ਲੰਡਨ ਕੈਂਪਸ ਦੀ ਸਟੂਡੈਂਟ ਹਾਂ। ਮੇਰੀ ਰੈਫਲਸ ਐਡੂਸਿਟੀ ਨੇ ਸਿਰਫ ਵੀਜ਼ੇ ਤੱਕ ਹੀ ਹੈਲਪ ਨਹੀਂ ਕੀਤੀ। ਇਹਨਾਂ ਨੇ ਜਦੋਂ ਮੇਰਾ ਵੀਜ਼ਾ ਆ ਗਿਆ ਉਸ ਤੋਂ ਬਾਅਦ ਜਿਵੇਂ ਮੈਂ ਟਰੈਵਲ ਕਰਨਾ ਸੀਗਾ, ਮੈਨੂੰ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਐਕਸਪਲੇਨ ਕੀਤਾ ਸੀਗਾ ਕਿ ਕਿਸ ਡਾਕੂਮੈਂਟ ਦੀ ਤੁਹਾਨੂੰ ਤੇ ਜ਼ਰੂਰਤ ਪੈ ਸਕਦੀ ਹੈ। ਮੈਨੂੰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਫਾਈਲ ਤਿਆਰ ਕਰਕੇ ਦਿੱਤੀ ਸੀ ਔਰ ਮੈਨੂੰ ਇੱਕ ਚੀਜ਼ ਸਮਝਾਈ ਸੀਗੀ ਕਿ ਇਹ ਤੁਹਾਡਾ ਇਹ ਡਾਕੂਮੈਂਟ ਆ, ਤੁਹਾਡੇ ਤੋਂ ਇਵੇਂ ਪੁੱਛ ਸਕਦੇ ਆ। ਮਤਲਬ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਸੀਗਾ। ਹੁਣ ਜਿਵੇਂ ਕੋਵਿਡ ਦੇ ਕਰਕੇ
ਤੁਹਾਨੂੰ ਇੱਥੇ ਆਣ ਕੇ ਕੁਆਰੰਟੀਨ ਰਹਿਣਾ ਪੈਂਦਾ ਹੈ ਨਾ, ਅਤੇ ਕੋਵਿਡ ਟੈਸਟ ਕਰਵਾਉਣਾ ਪੈਂਦਾ ਹੈ। ਮੈਨੂੰ ਵਧੀਆ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਤੁਹਾਨੂੰ ਇੱਕ ਦਿਨ ਪਹਿਲਾਂ ਕੋਵਿਡ ਦਾ ਟੈਸਟ ਕਰਵਾਉਣਾ ਪਏਗਾ ਹੈ ਨਾ, ਉਹਦੀ ਰਿਪੋਰਟ ਤੁਸੀਂ ਨਾਲ ਲੈ ਕੇ ਜਾਣੀ ਆ, ਤਾਂ ਤੁਹਾਨੂੰ ਪੁੱਛ ਸਕਦੇ ਆ ਐਵਰੀਥਿੰਗ, ਜਿਵੇਂ ਅਰਾਈਵ ਕੈਨ ਐਪ ਤੁਸੀਂ ਫੋਨ ਦੇ ਵਿੱਚ ਡਾਊਨਲੋਡ ਕਰਨਾ ਹੈ, ਅਤੇ ਸਭ ਕੁਛ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਸੀਗਾ, ਔਰ ਮੈਂ ਉਵੇਂ ਹੀ ਕੀਤਾ ਸੀਗਾ, ਔਰ ਮੈਨੂੰ ਕੋਈ ਵੀ ਇਸ਼ੂ ਨਹੀਂ ਹੋਇਆ ਇੱਥੇ। ਹੁਣ ਜਿਵੇਂ ਤੁਸੀਂ 3 ਡੇ ਹੋਟਲ ਦੇ ਵਿੱਚ ਰਹਿਣਾ, ਹੋਟਲ ਦੀ ਬੁਕਿੰਗ ਤੁਸੀਂ ਇੰਡੀਆ ਤੋਂ ਵੀ ਕਰ ਸਕਦੇ ਹੋ। ਜੇਕਰ ਹੋਟਲ ਦੀ ਬੁਕਿੰਗ ਇੰਡੀਆ ਤੋਂ ਨਹੀਂ ਹੋਈ ਤਾਂ ਤੁਸੀਂ ਇੱਥੇ ਆ ਕੇ ਵੀ ਮਤਲਬ ਆਪਣੀ ਮਨੀ ਸ਼ੋ ਕਰ ਸਕਦੇ ਹੋ ਕਿ ਆਈ ਹੈਵ ਮਨੀ ਐਂਡ ਆਈ ਕੈਨ ਬੁੱਕ ਮਾਈ ਹੋਟਲ ਨਾਓ, ਠੀਕ ਹੈ। ਅਤੇ ਤੁਸੀਂ ਆਪਣੀ ਹੋਟਲ ਦੀ ਬੁਕਿੰਗ ਉੱਥੇ ਵੀ ਕਰ ਸਕਦੇ ਹੋ, ਅਤੇ ਸਿੱਧਾ ਹੋਟਲ 'ਚ ਜਾ ਕੇ 3 ਡੇ ਤੁਸੀਂ ਰਹਿ ਕੇ ਫਿਰ ਬਾਅਦ ਵਿੱਚ ਜਦੋਂ ਕੋਵਿਡ ਦਾ ਟੈਸਟ ਹੋ ਜਾਂਦਾ, ਅਤੇ ਜਿੱਥੇ ਵੀ ਤੁਸੀਂ ਆਪਣੇ ਰਿਲੇਟਿਵ ਕੋਲ ਜਾਣਾ ਹੈ, ਫਰੈਂਡ ਦੇ ਕੋਲ ਜਾਣਾ ਹੈ, ਤਾਂ ਤੁਸੀਂ ਜਾ ਸਕਦੇ ਹੋ। ਅਤੇ ਉੱਥੇ 14 ਡੇ ਆਈਸੋਲੇਟ ਰਹਿਣਾ ਹੈ, ਅਤੇ ਫਿਰ ਬਾਅਦ ਵਿੱਚ ਜਿਵੇਂ ਮਰਜ਼ੀ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ। ਸੋ ਇਸ ਤਰ੍ਹਾਂ ਦੀ ਇੱਥੇ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਆ। ਕਿਸੇ ਵੀ ਸਟੂਡੈਂਟ ਦਾ ਵੀਜ਼ਾ ਹੁੰਦਾ ਤਾਂ ਉਹ ਮਤਲਬ ਟਰੈਵਲ ਕਰ ਲੇ, ਬਿਕੋਜ਼ ਕੋਈ ਪਤਾ ਨਹੀਂ ਰਿਸਟ੍ਰਿਕਸ਼ਨਸ ਵੱਧ ਨਾ ਜਾਣ, ਬਿਕੋਜ਼ ਡੇ ਬਾਈ ਡੇ ਰਿਸਟ੍ਰਿਕਸ਼ਨਸ ਵੱਧਦੀਆਂ ਹੀ ਜਾ ਰਹੀਆਂ ਨੇ। ਸੋ ਆਈ ਸੁਜੈਸਟ ਐਵਰੀਵਨ to travel. So lastly I thankful to Raffles Educity because ਇਹਨਾਂ ਨੇ ਮੇਰੀ ਬਹੁਤ ਹੀ ਹੈਲਪ ਕੀਤੀ। ਹੁਣ ਵੀ ਮੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਆ, ਕਿਸੇ ਵੀ ਕੁਐਸਚਨ ਮੇਰੇ ਮਾਈਂਡ 'ਚ ਹੁੰਦਾ ਤਾਂ ਮੈਂ ਇਹਨਾਂ ਨੂੰ ਕਾਲ ਕਰਦੀ ਹਾਂ ਅਤੇ ਔਰ ਮੇਰੀ ਹੈਲਪ ਕਰਦੇ ਆ। ਬਈ ਇੱਥੇ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਇਜਾਜ਼ਤ ਲੈਣ ਤੋਂ ਪਹਿਲਾਂ ਇਸ ਕਰੋਨਾ ਕਾਲ ਦੇ ਵਿੱਚ ਜੇ ਤੁਸੀਂ ਵੀ ਸਟੂਡੈਂਟ ਵੀਜ਼ਾ ਦੇ ਚਾਹਵਾਨ ਹੋ ਤਾਂ ਕਿਹੜੇ ਮੁੱਖ ਪੁਆਇੰਟਸ 'ਤੇ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ, ਉਹਨਾਂ 'ਤੇ ਇੱਕ ਝਾਤ ਪਾਉਂਦੇ ਹਾਂ। ਅੱਜ ਦੇ ਪ੍ਰੋਗਰਾਮ ਵਿੱਚ ਫਿਲਹਾਲ ਇੰਨਾ ਹੀ। ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਿਲਕੁਲ ਜੀ, ਅਤੇ ਅਗਲੇ ਹਫਤੇ ਦਾ ਸਾਡਾ ਵਿਸ਼ਾ ਹੈ ਕਿ ਸਟੂਡੈਂਟਸ ਵੱਲੋਂ ਕਿਹੜੀਆਂ ਗਲਤੀਆਂ ਕੀਤੀਆਂ ਜਾਂਦੀਆਂ ਨੇ ਵੀਜ਼ਾ ਲੱਗਣ ਤੋਂ ਪਹਿਲੇ ਅਤੇ ਵੀਜ਼ਾ ਲੱਗਣ ਤੋਂ ਬਾਅਦ। ਇਸ ਮੁਤਲਕ ਜੋ ਵੀ ਤੁਹਾਡੇ ਸਵਾਲ ਨੇ, ਇਹ ਜੋ ਨੰਬਰ ਤੁਹਾਡੀ ਸਕਰੀਨ 'ਤੇ ਆ ਰਿਹਾ ਹੈ ਜੋ ਕਿ 8604710471, ਇਸ ਉੱਤੇ ਤੁਸੀਂ ਮਿਸਡ ਕਾਲ ਕਰ ਸਕਦੇ ਹੋ ਜਾਂ ਵਟਸਐਪ ਕਰ ਸਕਦੇ ਹੋ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਇਸ ਵਿਸ਼ੇ ਮੁਤਲਕ ਤੁਹਾਡੇ ਸਵਾਲ ਜਾਣੇਗੀ। ਅਗਲੇ ਹਫਤੇ ਵੀ ਵੇਖਣਾ ਨਾ ਭੁੱਲਿਓ ਰੈਫਲਸ ਐਡੂਸਿਟੀ ਪ੍ਰੈਜ਼ੈਂਟਸ ਇਮੀਗ੍ਰੇਸ਼ਨ ਹੈਲਪਲਾਈਨ। ਦਿਓ ਇਜਾਜ਼ਤ, ਰੱਬ ਰੱਖਾ।